ਸਤਨਾਮ। ਵਾਹਿਗੁਰੂ ਸਾਹਿਬ ਜੀਓ। ਦੋਏ ਦੀਵੇ 14 ਹਟਨਾਲੇ, ਜੇਤੇ ਜੀ ਤੇਤੇ ਵਣਜਾਰੇ। ਖੁੱਲੇ ਹਟ ਹੋਵਾ ਵਪਾਰ, ਜੋ ਪਹੁੰਚੈ ਸੋ ਚੱਲਣਹਾਰ। ਧਰਮ ਦਲਾਲ ਪਾਏ ਨਿਸ਼ਾਨ, ਨਾਨਕ ਨਾਮ ਲਾਹਾ ਪਰਵਾਨ। ਘਰ ਆਏ ਵੱਜੀ ਵਾਧਾਈ, ਸਚ ਨਾਮ ਕੀ ਮਿਲੀ ਵਡਿਆਈ। ਜੈਸੇ ਜਲ ਤੇ ਬੁੱਧ ਬੁਧਾ, ਉਪਜੈ ਬਿਨਸੈ ਨੀਤ। ਜਗ ਰਚਨਾ ਤੈਸੇ ਰਚੀ, ਕਹੋ ਨਾਨਕ ਸੁਨ ਮੀਤ। ਜਗ ਰਚਨਾ ਤੈਸੇ ਰਚੀ, ਕਹੋ ਨਾਨਕ ਸੁਨ ਮੀਤ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਆਤਮਿਕ ਜੀਵਨ ਪ੍ਰਦਾਨ ਕਰਨ ਵਾਲੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸੱਜ ਬੈਠੀ ਸਾਧ ਸੰਗਤ ਜੀ, ਸਤਿਗੁਰਾਂ ਦੀ ਅਪਾਰ ਕਿਰਪਾ ਮਿਹਰਮਤ ਸਦਕਾ ਇਲਾਹੀ ਗੁਰਬਾਣੀ ਦਰ ਹੋ ਰਹੇ ਕੀਰਤਨ ਵਿੱਚ ਹਾਜ਼ਰੀ ਲਵਾਈ। ਆਓ ਸਾਧ ਸੰਗਤ, ਜਿੱਥੇ ਕੀਰਤਨ ਦੇ ਵਿੱਚ ਹਾਜ਼ਰੀ ਭਰੀ ਹੈ, ਉੱਥੇ ਕੁਝ ਕੁ ਸਮਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਸ਼ਲੋਕਾਂ ਦੀ ਵਿਚਾਰ ਜੋ ਪਿਛਲੇ ਕੁਝ ਸਮੇਂ ਤੋਂ ਚੱਲ ਰਹੀ ਹੈ, ਉਸ ਵਿਚਾਰ ਲੜੀ ਦੇ ਅਨੁਸਾਰ ਸਤਿਗੁਰਾਂ ਦਾ 25ਵਾਂ ਸ਼ਲੋਕ, ਜੈਸੇ ਜਲ ਤੇ ਬੁੱਧ ਬੁਧਾ, ਉਪਜੈ ਬਿਨਸੈ ਨੀਤ। ਜਗ ਰਚਨਾ ਤੈਸੇ ਰਚੀ, ਕਹੋ ਨਾਨਕ ਸੁਨ ਮੀਤ। 25ਵਾਂ ਸ਼ਲੋਕ ਹੈ ਸਤਿਗੁਰਾਂ ਦਾ, ਤੇ ਪਾਤਸ਼ਾਹ ਜੀ ਦੇ ਇਸ ਪਾਵਨ ਸ਼ਲੋਕ ਦੀ ਵਿਚਾਰ ਦੇ ਵਿੱਚ ਵੀ ਆਪਾਂ ਹਾਜ਼ਰੀ ਲਵਾਈਏ। ਆਓ ਆਪਣੀਆਂ ਮਨੋਬਿਰਤੀਆਂ ਨੂੰ ਇਕਾਗਰ ਕਰਦਿਆਂ ਹੋਇਆਂ ਸੰਸਾਰ ਦੀਆਂ ਵਿਚਾਰਾਂ ਨੂੰ ਸੰਕੋਚਦਿਆਂ ਹੋਇਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਦੇ ਵਿੱਚ ਝੁਕਾਈਏ ਸੀਸ। ਦਸਮ ਪਾਤਸ਼ਾਹ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ। ਸਾਰੇ ਹੀ ਪਿਆਰ ਸਤਿਕਾਰ ਨਾਲ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ, ਸੰਸਾਰ ਦੇ ਵਿੱਚ ਕੁਝ ਵੀ ਪਰਮਾਨੈਂਟ ਨਹੀਂ ਹੈ। ਜੋ ਕੁਝ ਵੀ ਸਾਨੂੰ ਨਜ਼ਰ ਆ ਰਿਹਾ ਹੈ ਖਤਮ ਹੋਏਗਾ। ਇਕੱਲੇ ਇਨਸਾਨ ਹੀ ਨਹੀਂ, ਪੇੜ ਪੌਦੇ ਹੀ ਨਹੀਂ, ਜੀਵ ਜੰਤੂ ਹੀ ਨਹੀਂ, ਜੋ ਕੁਛ ਵੀ ਨਜ਼ਰ ਆ ਰਿਹਾ ਹੈ ਇਹਨਾਂ ਅੱਖਾਂ ਦੇ ਨਾਲ, ਸਭ ਕੁਝ ਖਤਮ ਹੋਏਗਾ। ਸਤਿਗੁਰੂ ਜੀ ਕਹਿੰਦੇ, ਸੰਸਾਰ ਦੀ ਅਸਲੀਅਤ ਇੰਨੀ ਕੁ ਹੈ ਕਿ ਜਿਸ ਤਰ੍ਹਾਂ ਪਾਣੀ ਦੇ ਉੱਤੇ ਬੁਲਬੁਲੇ ਪੈਦਾ ਹੁੰਦੇ ਪਏ ਨੇ,
ਬੁੱਧ-ਬੁਦਾ ਦਾ ਮਤਲਬ ਹੈ ਬੁਲਬੁਲਾ, ਬਬਲਸ। ਬੁਲਬੁਲੇ ਪੈਦਾ ਹੁੰਦੇ ਨੇ ਪਾਣੀ ਦੇ ਉੱਤੇ, ਤੇ ਉਹ ਬਬਲਸ ਜਿਹੜੇ ਬਣੇ ਹੋਏ ਨੇ ਉਹਨਾਂ ਦੀ ਉਮਰ ਕੋਈ ਹਜ਼ਾਰਾਂ ਸਾਲ ਨਹੀਂ, ਉਹਨਾਂ ਦੀ ਉਮਰ ਕੋਈ ਲੱਖਾਂ ਸਾਲ ਨਹੀਂ, ਕਿ ਇੱਕ ਵਾਰ ਜਿਹੜਾ ਬਬਲ ਬਣਿਆ ਹੈ ਪਾਣੀ ਦੇ ਉੱਤੇ ਉਹ 100 ਸਾਲ, 500 ਸਾਲ, 1000 ਸਾਲ ਜਾਂ ਕੋਈ ਤਕਰੀਬਨ ਲੱਖ ਸਾਲ ਤੱਕ ਉਹ ਉਸ ਪਾਣੀ ਦੇ ਉੱਤੇ ਬਣਿਆ ਰਹੇਗਾ, ਨਹੀਂ। ਉਸ ਬਬਲ ਦੀ ਜ਼ਿੰਦਗੀ ਬਹੁਤ ਥੋੜੀ ਹੈ, ਕੁਝ ਹੀ ਪਲਾਂ ਦੇ ਵਿੱਚ ਉਹ ਖਤਮ ਹੋ ਜਾਏਗਾ। ਸੰਸਾਰ ਦੀ ਅਸਲੀਅਤ ਇਹ ਹੈ। ਸਾਨੂੰ ਵੇਖਣ ਨੂੰ ਲੱਗਦਾ ਹੈ ਕਿ ਸ਼ਾਇਦ ਇਹ ਜੋ ਕੁਝ ਪ੍ਰਮਾਤਮਾ ਨੇ ਬਣਾਇਆ ਹੈ ਇਹ ਸਦਾ ਰਹੇਗਾ, ਪਰ ਸਤਿਗੁਰੂ ਜੀ ਸਾਡੇ ਇਸ ਭਰਮ ਨੂੰ ਤੋੜ ਦੇਣੇ। ਸਾਨੂੰ ਕਿਉਂ ਲੱਗਦਾ ਹੈ? ਇਹਦਾ ਰੀਜ਼ਨ ਇਹ ਹੈ ਕਿ ਅਸੀਂ ਸੁੱਤੇ ਪਏ ਹਾਂ। ਮਾਫ ਕਰਨਾ, ਅਸੀਂ ਸੁੱਤੇ ਪਏ ਹਾਂ ਸਾਰੇ ਹੀ, ਚਾਹੇ ਕਿ ਰਾਤ ਨੂੰ ਸੌਂਦੇ ਆ, ਸਵੇਰ ਹੁੰਦਿਆਂ ਹੀ ਬੈੱਡ ਤੋਂ ਉੱਠ ਕੇ ਇਸ਼ਨਾਨ ਪਾਣ ਕਰਕੇ ਆਪਣੇ ਕੰਮ ਦੇ ਵਿੱਚ ਲੱਗ ਜਾਂਦੇ ਆ। ਪਰ ਸਾਧ ਸੰਗਤ ਖਿਆਲ ਰਹੇ, ਭਗਤ ਰਵਿਦਾਸ ਜੀ ਕਹਿੰਦੇ ਨੇ, ਭਗਤ ਰਵਿਦਾਸ ਜੀ ਕਹਿੰਦੇ ਨੇ, ਕਹਿੰਦੇ ਵੇਖਣ ਨੂੰ ਤਾਂ ਸਾਰਾ ਸੰਸਾਰ ਜਾਗਦਾ ਨਜ਼ਰ ਆ ਰਿਹਾ ਹੈ ਸਰੀਰਕ ਤੌਰ ਤੇ, ਪਰ ਥੋੜਾ ਜਿਹਾ ਕਿਤੇ ਆਤਮਿਕ ਤਲ ਤੇ, ਆਤਮਿਕ ਪੱਧਰ ਤੇ, ਸਪਿਰਿਚੁਅਲ ਤੌਰ ਤੇ ਦੇਖਿਆ ਜਾਏ ਤੇ ਮੋਸਟ ਆਫ ਜਿਹੜੇ ਨੇ ਸਾਰੇ ਹੀ ਸੁੱਤੇ ਪਏ ਨੇ। ਇਸੇ ਕਰਕੇ ਫਿਰ ਭਗਤ ਰਵਿਦਾਸ ਜੀ ਆਵਾਜ਼ ਦਿੰਦੇ ਪਏ ਨੇ। ਪਤਾ ਕੀ ਕਹਿੰਦੇ? ਕਹਿੰਦੇ ਕਿਆ ਤੂੰ ਸੋਇਆ ਜਾਗ ਇਆਨਾ, ਕਹਿੰਦੇ ਤੂੰ ਕਿਉਂ ਸੁੱਤਾ ਪਿਆ? ਬਸ ਇਹ ਜਿਹੜੀ ਨੀਂਦ ਹੈ ਨਾ, ਜਿਹਦਾ ਜ਼ਿਕਰ ਭਗਤ ਰਵਿਦਾਸ ਜੀ ਕਰ ਰਹੇ ਨੇ, ਇਸ ਨੀਂਦ ਦੇ ਕਰਕੇ ਹੀ ਸਾਨੂੰ ਲੱਗਦਾ ਹੈ ਕਿ ਜੋ ਕੁਝ ਹੈ ਇਸ ਸੰਸਾਰ ਦੇ ਵਿੱਚ ਸ਼ਾਇਦ ਇਹ ਪਰਮਾਨੈਂਟ ਹੈ। ਪਰ ਭਗਤ ਰਵਿਦਾਸ ਜੀ ਕਹਿੰਦੇ ਨਹੀਂ, ਇਹ ਭੁਲੇਖਾ ਤੈਨੂੰ ਤੇਰੀ ਨੀਂਦ ਦੇ ਕਰਕੇ ਪਿਆ ਹੋਇਆ ਹੈ। ਤੂੰ ਨੀਂਦ ਵਿੱਚ ਹੈ, ਸੁੱਤਾ ਪਿਆ ਹੈ, ਤੈਨੂੰ ਨਹੀਂ ਸਮਝ ਲੱਗ ਰਹੀ ਕਿ ਕੀ ਹੋ ਰਿਹਾ ਹੈ ਜਾਂ ਕੀ ਹੋਵੇਗਾ। ਨੀਂਦ ਵਿੱਚ ਇਨਸਾਨ ਕਿਤੇ ਦਾ ਕਿਤੇ ਪਹੁੰਚ ਜਾਂਦਾ, ਤੇਰੀ ਹਾਲਤ ਸਿਰਫ ਉਹੀ ਹੈ, ਤੂੰ ਸੁੱਤਾ ਪਿਆ ਹੈ। ਕਿਆ ਤੂੰ ਸੋਇਆ ਜਾਗ ਇਆਨਾ, ਤੈਂ ਜੀਵਨ ਜਗ ਸੱਚ ਕਰ ਜਾਣਾ। ਬਸ ਇੱਥੇ ਇੱਕ ਜਿਹੜੀ ਹੈ ਨਾ ਕੁੰਡੀ ਅੜੀ ਪਈ ਹੈ। ਸੰਸਾਰ ਦੀ ਅਸਲੀਅਤ ਕੀ ਹੈ? ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਜੈਸੇ ਜਲ ਤੇ ਬੁੱਧ ਬੁਦਾ, ਪਾਣੀ ਦੇ ਉੱਤੇ ਬਣਿਆ ਹੋਇਆ ਬਬਲ, ਜਿੰਨੀ ਕੋ ਉਹਦੀ ਉਮਰ ਹੈ, ਜਿੰਨਾ ਕੁ ਸਮਾਂ ਉਹ ਪਾਣੀ ਦੇ ਉੱਤੇ ਰਹੇਗਾ, ਉਸੇ ਜਿਹੀ ਹਾਲਤ ਇਸ ਸੰਸਾਰ ਦੀ ਹੈ। ਨਥਿੰਗ ਇਜ਼ ਪਰਮਾਨੈਂਟ ਇਨ ਦਿਸ ਯੂਨੀਵਰਸ, ਕੁਝ ਵੀ ਸਦਾ ਰਹਿਣ ਵਾਲਾ ਨਹੀਂ। ਤਾਂ ਭੁਲੇਖਾ ਕਿਉਂ ਲੱਗ ਰਿਹਾ ਹੈ? ਭਗਤ ਰਵਿਦਾਸ ਜੀ ਕਹਿੰਦੇ ਤੂੰ ਸੁੱਤਾ ਪਿਆ ਹੈ। ਤੇ ਜਿਹੜੀ ਇਹ ਨੀਂਦ ਹੈ ਨਾ, ਜਿਹਦਾ ਜ਼ਿਕਰ ਭਗਤ ਰਵਿਦਾਸ ਜੀ ਕਰਦੇ ਪਏ ਨੇ, ਇਹ ਨੀਂਦ ਬਹੁਤ ਖਤਰਨਾਕ ਹੈ ਸਾਧ ਸੰਗਤ। ਇਹ ਨੀਂਦ ਬਹੁਤ ਖਤਰਨਾਕ ਹੈ। ਇੱਕ ਨੀਂਦ ਸਰੀਰ ਦੀ ਹੈ, ਉਹ ਸਰੀਰ ਵਾਸਤੇ ਜ਼ਰੂਰੀ ਹੈ। ਡਾਕਟਰ ਵੀ ਕਹਿੰਦੇ ਨੇ ਕਿ ਇੱਕ ਜਿਹੜਾ ਤੰਦਰੁਸਤ ਵਿਅਕਤੀ ਹੈ, ਇੱਕ ਹੈਲਦੀ ਪਰਸਨ ਵਾਸਤੇ 8 ਘੰਟੇ ਦੀ ਨੀਂਦ ਜ਼ਰੂਰੀ ਹੈ। ਚਲੋ 6 ਵੀ ਠੀਕ ਹੈ, ਪਰ ਕਹਿੰਦੇ ਘੱਟੋ ਘੱਟ 8 ਘੰਟੇ ਦੀ ਨੀਂਦ ਜ਼ਰੂਰੀ ਹੈ। ਉਹ ਸਰੀਰ ਵਾਸਤੇ ਬੈਨੀਫੀਸ਼ੀਅਲ ਹੈ। ਪਰ ਇਹ ਜਿਹੜੀ ਨੀਂਦ ਸਪਿਰਿਚੁਅਲ ਤੌਰ ਤੇ ਜਿਸ ਦਾ ਜ਼ਿਕਰ ਭਗਤ ਰਵਿਦਾਸ ਜੀ ਕਰਦੇ ਪਏ ਨੇ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਾਰ-ਵਾਰ ਕਰਦੀ ਪਈ ਹੈ, ਉਹ ਨੀਂਦ ਬਹੁਤ ਖਤਰਨਾਕ ਹੈ, ਬਹੁਤ ਖਤਰਨਾਕ ਹੈ। ਕਹਿੰਦੇ ਇੱਕ ਕਿਸੇ ਨਗਰ ਦੇ ਵਿੱਚ ਇੱਕ ਮੈਜੀਸ਼ੀਅਨ ਚਲਾ ਗਿਆ, ਜਾਦੂਗਰ ਚਲਾ ਗਿਆ ਜੀ। ਉਸ ਜਾਦੂਗਰ ਨੇ ਜਾ ਕੇ ਕੀਤਾ, ਯਾਦ ਰਹੇ ਉਸ ਪਿੰਡ ਦੇ ਵਿੱਚ 2 ਖੂਹ ਨੇ, ਖੂਹ ਕਹਿ ਲਈਏ ਵੈਲ, there's 2 well in this town, 2 ਖੂਹ ਨੇ। ਇੱਕ ਖੂਹ ਉਹ ਹੈ, ਇੱਕ ਵੈਲ ਉਹ ਹੈ ਜਿਸ ਦੇ ਉੱਤੋਂ ਸਾਰੇ ਪਿੰਡ ਦੇ ਲੋਕ ਪਾਣੀ ਪੀਂਦੇ ਨੇ। ਇੱਕ ਖੂਹ ਉਹ ਹੈ ਜਿਸ ਦਾ ਪਾਣੀ ਸਾਰੇ ਪਿੰਡ ਦੇ ਲੋਕ ਯੂਜ਼ ਕਰਦੇ ਪਏ ਨੇ। ਪਰ ਇੱਕ ਖੂਹ ਉਹ ਹੈ ਜਿਹੜਾ ਰਾਜੇ ਦੇ ਮਹਿਲ ਦੇ ਵਿੱਚ ਹੈ, ਉਸ ਤੋਂ ਕੋਈ ਪਿੰਡ ਦਾ ਦੂਜਾ ਵਿਅਕਤੀ, ਦੂਜਾ ਇਨਸਾਨ ਪਾਣੀ ਨਹੀਂ ਯੂਜ਼ ਕਰ ਸਕਦਾ, ਉਹ ਕੇਵਲ ਰਾਜੇ ਵਾਸਤੇ ਹੈ। ਤੇ ਉਸ ਮੈਜੀਸ਼ੀਅਨ ਨੇ ਕੀ ਕੀਤਾ, ਜਦੋਂ ਆਇਆ ਪਿੰਡ ਦੇ ਵਿੱਚ, ਉਹਨੇ ਆਂਦਿਆਂ ਸਾਰ ਇੱਕ ਪੁੜੀ ਕਹਿ ਲਈਏ ਜੀ, ਇੱਕ ਸ਼ੈਸ਼ੇ ਕਹਿ ਲਈਏ, ਇੱਕ ਥੋੜਾ ਜਿਹਾ ਪਾਊਚ ਕਹਿ ਲਈਏ, ਉਸ ਪਾਊਚ ਦੇ ਵਿੱਚ ਦਵਾਈ ਸੀ, ਕੁਝ ਮੈਡੀਸਿਨ ਸੀ। ਉਸ ਨੇ ਪਿੰਡ ਦੇ ਲੋਕਾਂ ਨੂੰ ਇਕੱਠਿਆਂ ਕੀਤਾ
ਆਵਾਜ਼ ਮਾਰ ਕੇ ਜਦੋਂ ਸਾਰੇ ਲਾਗੇ ਇਕੱਠੇ ਹੋ ਗਏ, ਖੂਹ ਦੇ ਕੋਲ ਖੜਾ ਹੈ, ਵੈਲ ਦੇ ਕੋਲ ਉਹ ਖਲੋਤਾ ਹੋਇਆ ਹੈ, ਪਿੰਡ ਦੇ ਲੋਕਾਂ ਨੂੰ ਇਕੱਠਿਆਂ ਕੀਤਾ, ਉਹਨੇ ਉਹ ਪਾਊਚ ਓਪਨ ਕੀਤਾ, ਖੋਲਿਆ ਤੇ ਖੋਲ ਕੇ ਉਸਨੇ ਖੂਹ ਦੇ ਵਿੱਚ ਉਸ ਦਵਾਈ ਨੂੰ, ਉਸ ਮੈਡੀਸਿਨ ਨੂੰ ਸੁੱਟ ਦਿੱਤਾ, ਮਿਲਾ ਦਿੱਤਾ ਖੂਹ ਦੇ ਵਿੱਚ। ਜਦੋਂ ਉਹ ਮੈਡੀਸਿਨ ਖੂਹ ਦੇ ਵਿੱਚ ਗਈ ਤੇ ਨਾਲ ਹੀ ਉਸ ਜਾਦੂਗਰ ਨੇ ਕਹਿਣਾ ਸ਼ੁਰੂ ਕੀਤਾ, ਕਹਿਣ ਲੱਗੇ ਭਈ ਇਹ ਜਿਹੜੀ ਦਵਾਈ ਮੈਂ ਹੁਣ ਇਸ ਖੂਹ ਦੇ ਵਿੱਚ ਪਾਈ ਹੋਈ ਹੈ ਨਾ, ਇਹਦੇ ਨਾਲ ਹੋਏਗਾ ਕਿ ਜਿਹੜਾ ਵੀ ਇਸ ਖੂਹ ਦਾ ਪਾਣੀ ਪੀਏਗਾ ਸ਼ਾਮ ਤੱਕ ਉਹ ਪਾਗਲ ਹੋ ਜਾਏਗਾ। ਹੀ ਵਿਲ ਬੀ ਮੈਡ। ਉਹ ਸ਼ਾਮ ਤੱਕ ਪਾਗਲ ਹੋ ਜਾਏਗਾ। ਪਿੰਡ ਦੇ ਲੋਕ ਬੜੇ ਹੈਰਾਨ, ਬੜੀ ਨਮੋਸ਼ੀ ਆ ਗਈ ਜੀ, ਚਿੰਤਾ ਦਾ ਵਿਸ਼ਾ ਬਣ ਗਿਆ ਕਿ ਜਿਹੜਾ ਵੀ ਪਾਣੀ ਪੀਵੇਗਾ ਉਹ ਪਾਗਲ ਹੋਏਗਾ। ਪਰ ਹੁਣ ਕੀਤਾ ਕੀ ਜਾਏ, ਪਾਣੀ ਪੀਣਾ ਵੀ ਜ਼ਰੂਰੀ ਆ, ਹੋਰ ਕੋਈ ਸਾਧਨ ਵੀ ਨਹੀਂ ਪਾਣੀ ਦਾ। ਪਿੰਡ ਦੇ ਲੋਕਾਂ ਨੇ ਪਿਆਸ ਤੋਂ ਬਚਣ ਦੇ ਲਈ, ਪਿਆਸੇ ਮਰਨ ਤੋਂ ਚੰਗਾ ਇਹ ਸਮਝਿਆ ਕਿ ਚਲੋ ਪਾਣੀ ਪੀ ਲਈਏ, ਪਾਗਲ ਹੋ ਜਾਵਾਂਗੇ, ਜਿਉਂਦੇ ਤਾਂ ਰਵਾਂਗੇ। ਪਾਣੀ ਪੀਤਾ। ਵੇਖਦਿਆਂ ਉਹ ਸਾਰਾ ਪਿੰਡ ਜਿਹੜਾ ਹੈ ਨਾ ਉਹ ਪਾਗਲ ਹੋ ਗਿਆ ਜੀ, ਸਾਰੀ ਪਾਗਲ ਹੋ ਗਏ। ਹੁਣ ਉਹ ਪਾਗਲਾਂ ਨੇ ਕੀ ਕੀਤਾ, ਸਾਰੇ ਇਕੱਠੇ ਹੋ ਕੇ ਤੇ ਰਾਜੇ ਦੇ ਮਹਿਲ ਵੱਲ ਦੌੜੇ। ਯਾਦ ਰਹੇ ਪਿੰਡ ਦੇ ਖੂਹ ਦੇ ਵਿੱਚ ਉਹ ਦਵਾਈ ਮਿਲਾਈ ਸੀ, ਜਿਸ ਨੇ ਵੀ ਪਾਣੀ ਪੀਤਾ ਪਾਗਲ ਹੋ ਗਿਆ। ਰਾਜਾ ਤਾਂ ਆਪਣੇ ਘਰ ਦੇ ਖੂਹ ਤੋਂ ਪਾਣੀ ਪੀਂਦਾ ਹੈ ਨਾ, ਉਹਦੇ ਵਿੱਚ ਦਵਾਈ ਨਹੀਂ ਹੈ, ਉਹ ਠੀਕ ਠਾਕ ਹੈ। ਰਾਜਾ ਬੜਾ ਖੁਸ਼ ਕਿ ਪਿੰਡ ਦੇ ਲੋਕ ਸਾਰੇ ਪਾਗਲ ਹੋ ਗਏ, ਮੈਂ ਬਚ ਗਿਆ, ਮੇਰਾ ਪਰਿਵਾਰ ਬਚ ਗਿਆ, ਮੈਂ ਠੀਕ ਠਾਕ ਹਾਂ। ਕੀ ਦੇਖਦਾ ਹੈ ਕਿ ਕੁਝ ਹੀ ਪਲਾਂ ਦੇ ਵਿੱਚ ਸਾਰਾ ਪਿੰਡ ਉਹਦੇ ਮਹਿਲ ਦੇ ਬਾਹਰ ਇਕੱਠਾ ਹੋ ਗਿਆ ਤੇ ਉਹ ਅੰਦਰ ਆਉਣ ਦੀ ਕੋਸ਼ਿਸ਼ ਕਰ ਰਿਹਾ। ਰੀਜ਼ਨ, ਪਿੰਡ ਦੇ ਸਾਰੇ ਲੋਕ ਕਹਿੰਦੇ ਪਏ ਨੇ ਕਿ ਰਾਜਾ ਪਾਗਲ ਹੈ, ਅਸੀਂ ਇਸ ਪਾਗਲ ਰਾਜੇ ਨੂੰ ਆਪਣਾ ਰਾਜਾ ਨਹੀਂ ਮੰਨ ਸਕਦੇ। ਧਿਆਨ ਦਿਓ ਸਾਧ ਸੰਗਤ, ਹਾਲਾਂਕਿ ਪਾਗਲ ਨੇ ਪਿੰਡ ਦੇ ਲੋਕ, ਪਰ ਉਹਨਾਂ ਪਾਗਲਾਂ ਨੂੰ ਲੱਗ ਰਿਹਾ ਏ, ਇਹ ਭੁਲੇਖਾ ਉਹਨਾਂ ਨੂੰ ਪੈ ਗਿਆ ਕਿ ਰਾਜਾ ਪਾਗਲ ਹੈ। ਹਾਲਾਂਕਿ ਰਾਜਾ ਠੀਕ ਠਾਕ ਹੈ। ਰਾਜਾ ਪਾਗਲ ਹੈ ਤੇ ਪਾਗਲ ਰਾਜੇ ਨੂੰ ਅਸੀਂ ਆਪਣਾ ਰਾਜਾ ਸਵੀਕਾਰ ਨਹੀਂ ਕਰਨਾ, ਉਹਨੂੰ ਮਾਰਨਾ ਹੈ ਜਾਂ ਉਸ ਨੂੰ ਉਤਾਰ ਦੇਣਾ ਹੈ। ਹੁਣ ਰਾਜੇ ਨੂੰ ਚਿੰਤਾ ਕਿ ਜੇਕਰ ਉਹ ਲੋਕ ਦਰਵਾਜ਼ਾ ਖੋਲ ਕੇ ਜਾਂ ਤੋੜ ਕੇ ਅੰਦਰ ਐਂਟਰ ਕਰ ਗਏ ਤੇ ਹੋ ਸਕਦਾ ਹੈ ਮੈਨੂੰ ਮਾਰ ਵੀ ਦੇਣ, ਕਿਉਂਕਿ ਸਾਰੇ ਪਾਗਲ ਨੇ ਤੇ ਪਾਗਲਾਂ ਦੇ ਉੱਤੇ ਜ਼ੋਰ ਥੋੜੀ ਨਾ ਚੱਲ ਸਕਦਾ। ਰਾਜੇ ਨੇ ਆਪਣੇ ਵਜ਼ੀਰ ਨੂੰ ਪੁੱਛਿਆ, ਕਹਿੰਦਾ ਕੀ ਕੀਤਾ ਜਾਏ? ਕਹਿੰਦਾ ਰਾਜੇ ਨੇ ਇਹਦਾ ਇੱਕੋ ਹੀ ਇੱਕ ਉਪਾਅ ਹੈ, there is only one solution। ਕੀ ਹੈ? ਜੇ ਬਚਣਾ ਚਾਹੁੰਦੇ ਹੋ ਤੇ ਆਪਣੇ ਮਹਿਲ ਦੇ ਪਿਛਲੇ ਦਰਵਾਜ਼ੇ ਥਾਣੀ ਬਾਹਰ ਨਿਕਲ ਕੇ ਉਸ ਖੂਹ ਦੇ ਉੱਤੋਂ ਜਾ ਕੇ ਪਾਣੀ ਪੀ ਲੋ ਜਿੱਥੋਂ ਇਹਨਾਂ ਲੋਕਾਂ ਨੇ ਪੀਤਾ ਹੈ। ਰਾਜਾ ਕਹਿੰਦਾ ਤੂੰ ਮੂਰਖ ਹੋ ਗਿਆ, ਤੂੰ ਪਾਗਲ ਹੋ ਗਿਆ, ਮੈਨੂੰ ਲੱਗਦਾ ਤੂੰ ਵੀ ਉਹਨਾਂ ਵਰਗਾ ਹੀ ਹੋ ਗਿਆ, ਤੂੰ ਮੈਨੂੰ ਪਾਗਲ ਕਰਨਾ ਚਾਹੁੰਦਾ। ਕਹਿੰਦਾ ਰਾਜ ਨੇ ਇਸ ਤੋਂ ਇਲਾਵਾ ਦੂਜਾ ਉਪਾਅ ਹੀ ਕੋਈ ਨਹੀਂ, ਸੋਲੂਸ਼ਨ ਹੀ ਕੋਈ ਨਹੀਂ। ਰਾਜੇ ਨੇ ਜਾਨ ਬਚਾਉਣ ਦੇ ਲਈ ਆਪ ਵੀ ਗਿਆ, ਆਪਣੇ ਜਿਹੜੇ ਪਰਿਵਾਰ ਦੇ ਮੈਂਬਰ ਨੇ, ਰਾਣੀ ਹੈ, ਬੱਚੇ ਨੇ, ਉਹਨਾਂ ਨੂੰ ਨਾਲ ਲੈ ਕੇ ਜਾ ਕੇ ਪਾਣੀ ਪੀਤਾ ਤੇ ਰਾਜਾ ਵੀ ਪਾਗਲ। ਜਿਹੜੀਆਂ ਹਰਕਤਾਂ ਪਿੰਡ ਦੇ ਲੋਕ ਕਰਦੇ ਪਏ ਸੀ ਉਹੀ ਹਰਕਤਾਂ ਹੁਣ ਰਾਜਾ ਕਰਦਾ ਪਿਆ। ਪਿੰਡ ਦੇ ਲੋਕ ਵੀ ਨਸ਼ੇ ਦੇ ਵਿੱਚ ਕਹਿ ਲਈਏ ਜਾਂ ਪਾਗਲ ਹੋ ਕੇ ਨੱਚਦੇ ਫਿਰਦੇ ਸੀ, ਗਾਉਂਦੇ ਫਿਰਦੇ ਸੀ। ਰਾਜਾ ਵੀ ਹੁਣ ਉਹਨਾਂ ਦੇ ਨਾਲ ਮਿਲ ਕੇ ਨੱਚ ਰਿਹਾ, ਗਾ ਰਿਹਾ ਤੇ ਪਿੰਡ ਦੇ ਲੋਕ ਬੜੇ ਖੁਸ਼ ਹੋ ਗਏ। ਖੁਸ਼ ਪਤਾ ਕਿਉਂ ਹੋਏ? ਪਿੰਡ ਦੇ ਲੋਕਾਂ ਨੇ ਕਿਹਾ ਕਿ ਹੁਣ ਸਾਡਾ ਰਾਜਾ ਠੀਕ ਹੋ ਗਿਆ, ਹਾਲਾਂਕਿ ਹੁਣ ਉਹ ਪਾਗਲ ਹੋ ਗਿਆ ਹੈ। ਬਸ ਇਹੀ ਸੇਮ ਜੀ ਸਿਚੁਏਸ਼ਨ ਸਾਡੀ ਬਣੀ ਪਈ ਹੈ ਸਾਧ ਸੰਗਤ। ਭਗਤ ਰਵਿਦਾਸ ਜੀ ਕਹਿੰਦੇ ਤੂੰ ਸੁੱਤਾ ਪਿਆ ਹੈ, ਤੇ ਬਿਲਕੁਲ ਅਸੀਂ ਸੁੱਤੇ ਪਏ ਹਾਂ। ਸਾਨੂੰ ਲੱਗਦਾ ਕਿ ਅਸੀਂ ਜਾਗ ਰਹੇ ਹਾਂ। ਤੇ ਯਾਦ ਰਹੇ, ਜਿਹੜਾ ਵੀ ਕੋਈ ਜਾਗਦਾ ਹੋਇਆ ਇਨਸਾਨ ਇਸ ਸੰਸਾਰ ਦੇ ਵਿੱਚ ਆਉਂਦਾ ਹੈ ਨਾ, ਉਹ ਸਾਡੀ ਨਜ਼ਰ ਦੇ ਵਿੱਚ ਸੁੱਤਾ ਹੋਇਆ ਹੈ। ਐਗਜ਼ਾਮਪਲ ਦੇ ਤੌਰ ਤੇ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹਿਓ। ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹਿਓ ਤੇ ਸਤਿਗੁਰਾਂ ਨੇ ਜ਼ਿਕਰ ਕੀਤਾ। ਪਤਾ ਕੀ ਕਹਿੰਦੇ? ਕਹਿੰਦੇ ਕੋਈ ਆਖੈ ਭੂਤ ਨਾ ਕੋ ਕਹਿ ਬੇਤਾਲਾ, ਕੋਈ ਆਖੈ ਆਦਮੀ ਨਾਨਕ ਵਿਚਾਰਾ। ਗੁਰੂ ਨਾਨਕ ਸਾਹਿਬ ਕਹਿੰਦੇ ਮੈਨੂੰ ਲੋਕ ਜਿਹੜੇ ਨੇ ਕਹਿ ਰਹੇ ਨੇ ਕਿ ਇਹ ਤਾਂ ਭੂਤ ਹੈ, ਇਹ ਤਾਂ ਬੇਤਾਲਾ ਹੈ। ਬੇਤਾਲਾ ਮੀਨਸ ਜਿਹੜਾ ਤਾਲ ਤੋਂ ਥੜਕਿਆ ਹੋਇਆ ਹੈ, which is not in rhythm, ਜਿਹੜਾ ਤਾਲ ਤੋਂ ਥੜਕਿਆ ਹੋਇਆ ਬੇਤਾਲਾ। ਕੋਈ ਕਹਿੰਦਾ ਜੀ ਇਹ ਤਾਂ ਆਮ ਜਿਹਾ ਆਦਮੀ ਹੈ। ਇਹ ਜਿਹੜੀਆਂ ਗੱਲਾਂ ਗੁਰੂ ਨਾਨਕ ਸਾਹਿਬ ਨੂੰ ਕਹੀਆਂ ਗਈਆਂ ਬਾਣੀ ਦੇ ਵਿੱਚ ਤੁਹਾਨੂੰ ਪੜ੍ਹਨ ਵਾਸਤੇ ਮਿਲਣਗੀਆਂ। ਧਿਆਨ ਦਿਓ, ਜਿਹੜੇ ਸੁੱਤੇ ਹੋਏ ਲੋਕ ਨੇ ਉਹ ਜਾਗਦੇ ਹੋਏ ਗੁਰੂ ਨਾਨਕ ਨੂੰ ਵੀ ਭੂਤ ਕਹਿ ਰਹੇ ਨੇ, ਬੇਤਾਲਾ ਕਹਿ ਰਹੇ ਨੇ, ਕਿਉਂਕਿ ਗੁਰੂ ਨਾਨਕ ਜਗਾਉਣ ਵਾਸਤੇ ਆਏ ਸੀ ਸੁੱਤਿਆਂ ਨੂੰ। ਤੇ ਜਿਹੜੇ ਸੁੱਤੇ ਹੋਏ ਸੀ ਉਹਨਾਂ ਨੇ ਗੁਰੂ ਨਾਨਕ ਨੂੰ ਹੀ ਕਹਿ ਦਿੱਤਾ ਜੀ ਇਹ ਤਾਂ ਪਾਗਲ ਹੈ, ਇਹ ਤਾਂ ਭੂਤ ਹੈ, ਇਹ ਤਾਂ ਬੇਤਾਲਾ ਹੈ।
ਭਗਤ ਰਵਿਦਾਸ ਜੀ ਕਹਿੰਦੇ ਭਲਿਆ ਤੂੰ ਸੁੱਤਾ ਪਿਆ ਏ, ਇਹ ਨੀਂਦ ਬੜੀ ਖਤਰਨਾਕ ਹੈ, ਕਿਉਂਕਿ ਇਸ ਨੀਂਦ ਦੇ ਵਿੱਚ ਤੈਨੂੰ ਇਹ ਅਹਿਸਾਸ ਹੀ ਨਹੀਂ ਕਿ ਮੈਂ ਕਰਨ ਕੀ ਆਇਆ। ਬਸ ਤੂੰ ਇਸ ਸੰਸਾਰ ਦੇ ਪਦਾਰਥਾਂ ਦੇ ਨਸ਼ੇ ਦੇ ਵਿੱਚ ਐਸੀ ਗਹਿਰੀ ਨੀਂਦ ਸੁੱਤਾ ਹੈ, ਤੈਨੂੰ ਸਮਝ ਹੀ ਕੋਈ ਨਹੀਂ ਆ ਰਹੀ। ਭਗਤ ਰਵਿਦਾਸ ਜੀ ਕਹਿੰਦੇ ਜਾਗ, ਜਿੰਨਾ ਜਲਦੀ ਹੋਏਗਾ ਜਾਗ। ਕਿਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਹਿਸਟਰੀ ਪੜ੍ਹਿਓ। ਅੱਜ ਪਾਤਸ਼ਾਹ ਜੀ ਪਹੁੰਚੇ ਪਟਨੇ ਦੀ ਧਰਤੀ ਤੇ। ਆਪਣੀ ਸੁਰਤ ਨੂੰ ਲੈ ਕੇ ਜਾਈਏ। ਸਾਧ ਸੰਗਤ, ਪਟਨਾ ਜਿਸ ਨੂੰ ਅੱਜ ਆਪਾਂ ਪਟਨਾ ਸਾਹਿਬ ਕਹਿੰਦੇ ਆ, ਉਸ ਪਟਨੇ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪਣੇ ਟਾਈਮ ਤੇ ਚਰਨ ਪਾਏ ਹੋਏ ਨੇ। ਉਸ ਪਟਨੇ ਦਾ ਨਾਮ ਚੇਂਜ ਹੁੰਦਾ ਰਿਹਾ, ਕਿਤੇ ਪਾਟਲੀ ਪੁੱਤਰ ਵੀ ਇਸ ਪਟਨੇ ਦਾ ਨਾਮ ਮਿਲਦਾ ਹੈ। ਗੁਰੂ ਨਾਨਕ ਸਾਹਿਬ ਜਦੋਂ ਉੱਥੇ ਪਹੁੰਚੇ, ਗੁਰੂ ਸਾਹਿਬ ਦੇ ਕੋਲ ਇੱਕ ਕੀਮਤੀ ਲਾਲ ਹੈ, ਇੱਕ ਰੂਬੀ ਹੈ ਗੁਰੂ ਸਾਹਿਬ ਦੇ ਕੋਲ। ਉਹ ਭਾਈ ਮਰਦਾਨੇ ਨੂੰ ਪਾਤਸ਼ਾਹ ਜੀ ਨੇ ਦਿੱਤੀ। ਗੰਗਾ ਦੇ ਕਿਨਾਰੇ ਤੇ ਗੁਰੂ ਸਾਹਿਬ ਨੂੰ ਮਿਲੀ ਸੀ ਤੇ ਭਾਈ ਮਰਦਾਨੇ ਨੂੰ ਦਿੱਤੀ। ਜਦੋਂ ਪਟਨੇ ਪਹੁੰਚਦੇ ਨੇ ਤੇ ਗੁਰੂ ਸਾਹਿਬ ਕਹਿੰਦੇ ਨੇ ਭਾਈ ਮਰਦਾਨੇ ਨੂੰ, ਕਹਿਣ ਲੱਗੇ ਮਰਦਾਨਿਆ ਇਸ ਦਾ ਮੁੱਲ ਪਵਾ ਲਿਆ। ਮੁੱਲ ਪਵਾ ਦਾ ਮਤਲਬ, ਜਾਂ ਇਦਾਂ ਕਹਿ ਲਈਏ ਕਿ ਇਹਨੂੰ ਵੇਚ ਕੇ ਇਹਦੇ ਬਦਲੇ ਕੀ ਮਿਲਦਾ ਹੈ ਉਹ ਲੈ ਕੇ ਆ। ਯਾਦ ਰਹੇ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਐ ਸੰਸਾਰ ਦੀ ਅਸਲੀਅਤ, ਰਿਐਲਿਟੀ ਇੱਕ ਪਾਣੀ ਤੇ ਪੈਦਾ ਹੋਏ ਬੁਲਬਲੇ, ਇੱਕ ਬਬਲ ਦੀ ਤਰ੍ਹਾਂ ਹੈ। ਭਗਤ ਰਵਿਦਾਸ ਜੀ ਕਹਿੰਦੇ ਤੂੰ ਸੁੱਤਾ ਪਿਆ ਹੈ। ਤੇ ਅੱਜ ਗੁਰੂ ਨਾਨਕ ਸਾਹਿਬ ਪਟਨੇ ਦੀ ਧਰਤੀ ਤੇ ਨੇ। ਭਾਈ ਮਰਦਾਨੇ ਨੂੰ ਉਹ ਲਾਲ ਕੀਮਤੀ ਕੱਢ ਕੇ ਦਿੱਤਾ, ਕਹਿਣ ਲੱਗੇ ਇਹਦਾ ਮੁੱਲ ਪਵਾ ਕੇ ਲਿਆ। ਭਾਈ ਮਰਦਾਨਾ ਗਿਆ ਬਾਜ਼ਾਰ ਦੇ ਵਿੱਚ, ਪਟਨੇ ਦੇ ਬਾਜ਼ਾਰ ਦੇ ਵਿੱਚ ਗਿਆ। ਇੱਕ ਸਬਜ਼ੀ ਵੇਚ ਰਿਹਾ ਸੀ ਕੋਈ ਇਨਸਾਨ, ਉਹਨੂੰ ਉਹ ਲਾਲ ਦਿਖਾਇਆ ਕੀਮਤੀ ਤੇ ਪੁੱਛਿਆ, ਕਹਿਣ ਲੱਗਾ ਭਾਈ ਇਸ ਦੇ ਬਦਲੇ ਤੂੰ ਮੈਨੂੰ ਕੀ ਦੇ ਸਕਦਾ? ਕਹਿੰਦਾ ਮੇਰੇ ਕੋਲ ਦੇਣ ਵਾਸਤੇ ਇਹ ਸਬਜ਼ੀ ਹੈ, ਮੈਂ ਤੈਨੂੰ 2-4 ਮੂਲੀਆਂ, ਮੂਲੀ ਤੁਹਾਨੂੰ ਪਤਾ ਹੋਏਗਾ ਰੈਡਿਸ਼, 2-4 ਮੂਲੀਆਂ ਵੱਧ ਤੋਂ ਵੱਧ ਦੇ ਦੇਵਾਂਗਾ, ਇਸ ਤੋਂ ਵੱਧ ਕਿ ਹੋਰ ਕੁਝ ਨਹੀਂ। ਦੂਸਰੇ ਬੰਦੇ ਕੋ ਗਿਆ, ਤਰਖਾਨ ਕਹਿ ਲਈ ਜੀ, ਕਾਰਪੈਂਟਰ ਕੋਲ ਗਿਆ। ਉਹਨੇ ਵੀ ਉਹਦੀ ਕੀਮਤ ਠੀਕ ਨਾ ਪਾਈ, ਕਹਿਣ ਲੱਗਾ ਤੈਨੂੰ ਮੈਂ ਇੱਕ ਕੋਈ ਬਣੀ ਹੋਈ ਲੱਕੜ ਦੀ ਚੀਜ਼ ਦੇ ਸਕਦਾ, ਇਹਦੇ ਬਦਲੇ ਇਸ ਤੋਂ ਵੱਧ ਕਿ ਹੋਰ ਕੁਝ ਨਹੀਂ। ਕੱਪੜੇ ਵਾਲੇ ਕੋਲ ਗਏ, ਕਹਿਣ ਲੱਗਾ ਤੂੰ ਮੇਰੇ ਕੋਲ 2-4 ਗਜ਼ ਕੱਪੜਾ ਲੈ ਜਾ, 2-4 ਮੀਟਰ ਕੱਪੜਾ ਲੈ ਜਾ, ਇਸ ਤੋਂ ਵੱਧ ਕਿ ਹੋਰ ਮੈਂ ਕੁਝ ਨਹੀਂ ਦੇ ਸਕਦਾ। ਤੇ ਜਦੋਂ ਭਾਈ ਮਰਦਾਨਾ ਜੀ ਪਹੁੰਚਦੇ ਨੇ ਸਾਲਸਰਾਏ ਜੌਹਰੀ ਦੇ ਕੋਲ, ਉਹਨੂੰ ਦਿਖਾਇਆ। ਉਹਨੇ ਦੇਖਦੇ ਹੀ ਹੱਥ ਜੋੜੇ ਤੇ ਆਪਣੇ ਸੇਫ ਦੇ ਵਿੱਚੋਂ, ਆਪਣੀ ਪਾਕਟ ਦੇ ਵਿੱਚੋਂ ਕਹਿ ਲਈਏ 100 ਰੁਪਈਆ, ਸਮਝਣ ਵਾਸਤੇ 100 ਰੁਪਈਆ ਆਪਣੀ ਜੇਬ ਦੇ ਵਿੱਚੋਂ 100 ਰੁਪੀਜ਼ ਉਹਨੇ ਆਪਣੀ ਜੇਬ ਚੋਂ ਕੱਢੇ ਤੇ ਭਾਈ ਮਰਦਾਨਾ ਜੀ ਦੇ ਜਿਹੜੇ ਹੱਥ ਵਿੱਚ ਪਕੜਿਆ ਹੋਇਆ ਲਾਲ ਹੈ ਨਾ, ਕੀਮਤੀ ਰੂਬੀ ਹੈ, ਉਹਦੇ ਸਾਹਮਣੇ ਰੱਖ ਦਿੱਤੇ। ਕਹਿਣ ਲੱਗਾ ਜੀ ਇਹ ਸਤਿਕਾਰ ਵਜੋਂ, ਦਰਸ਼ਨ ਭੇਟ ਕਹਿੰਦੇ ਨੇ ਜੀ ਇਹਨੂੰ, ਸਤਿਕਾਰ ਵਜੋਂ ਮੈਂ ਇੰਨੇ ਕੁ ਦੇ ਸਕਦਾ, ਪਰ ਜੇਕਰ ਤੁਸੀਂ ਕਹੋ ਕਿ ਇਹਦਾ ਕੀ ਪ੍ਰਾਈਸ ਹੈ, ਇਹਦੀ ਕਿੰਨੀ ਕੀਮਤ ਹੈ, ਉਹ ਕੀਮਤ ਮੈਂ ਪੇ ਨਹੀਂ ਕਰ ਸਕਦਾ, ਕਿਉਂਕਿ ਇਹ ਬੇਸ਼ਕੀਮਤੀ ਹੈ, ਇਹ ਪ੍ਰਾਈਸਲੈਸ ਹੈ, ਇਹਦੀ ਬਹੁਤ ਕੀਮਤ ਹੈ। ਮੇਰੇ ਕੋਲ ਇੰਨੀ ਦੌਲਤ ਨਹੀਂ ਕਿ ਮੈਂ ਇਹਦੇ ਬਦਲੇ ਤੁਹਾਨੂੰ ਮੈਂ ਆਪਣੀ ਦੌਲਤ ਦੇ ਕੇ ਇਹਨੂੰ ਖਰੀਦ ਸਕਾਂ, ਬਹੁਤ ਕੀਮਤੀ ਹੈ। ਭਾਈ ਮਰਦਾਨਾ ਵਾਪਸ ਆਇਆ ਤੇ ਸਾਰੀ ਘਟਨਾ ਜਿਹੜੀ ਹੋਈ ਸੀ ਗੁਰੂ ਨਾਨਕ ਸਾਹਿਬ ਨੂੰ ਦੱਸੀ। ਹੁਣ ਸਾਧ ਸੰਗਤ, ਇਹ ਸਾਖੀ ਤਾਂ ਆਪਾਂ ਸਾਰਿਆਂ ਨੇ ਕਈ ਵਾਰ ਸੁਣੀ ਹੈ ਕਿ ਗੁਰੂ ਨਾਨਕ ਸਾਹਿਬ ਪਟਨੇ ਗਏ, ਸਾਲਸਰਾਏ ਜੌਹਰੀ ਨੂੰ ਉਹ ਲਾਲ ਦਿਖਾਇਆ ਤੇ ਉਹਨੇ ਮੱਥਾ ਟੇਕਿਆ, 100 ਰੁਪਈਆ ਰੱਖ ਕੇ ਤੇ ਕਹਿ ਦਿੱਤਾ ਜੀ ਬੜਾ ਕੀਮਤੀ ਹੈ, ਬਸ ਇੱਥੇ ਸਮਾਪਤੀ। ਪਰ ਖਿਆਲ ਕਰਿਓ, ਗੁਰੂ ਨਾਨਕ ਸਾਹਿਬ ਪਟਨੇ ਦੇ ਵਿੱਚ ਇਸ ਜੀਵਨ ਦੀ ਅਸਲੀਅਤ ਨੂੰ ਬਿਆਨ ਕਰਦੇ ਪਏ ਨੇ। ਕਿਆ ਤੂੰ ਸੋਇਆ ਜਾਗ ਇਆਨਾ, ਜਿਹੜਾ ਸੁੱਤਾ ਹੋਇਆ ਹੈ ਉਹ ਇਸ ਜੀਵਨ ਦੀ ਕੀਮਤ 1-2 ਮੂਲੀਆਂ, 1-2 ਰੈਡਿਸ਼ ਪਾਏਗਾ। ਜਿਹੜਾ ਸੁੱਤਾ ਹੋਇਆ ਹੈ ਉਹ ਕਹੇਗਾ ਕਿ ਮੈਂ ਤੈਨੂੰ ਇਸ ਦੇ ਬਦਲੇ ਕੁਝ ਲੱਕੜ ਦੀ ਬਣੀ ਹੋਈ ਵਸਤੂ ਦੇ ਸਕਦਾ। ਜਿਹੜਾ ਸੁੱਤਾ ਹੋਇਆ ਹੈ ਉਹ ਕਹੇਗਾ ਕਿ ਮੈਂ ਇਹਦੇ ਬਦਲੇ ਤੈਨੂੰ 3-4 ਮੀਟਰ ਕੱਪੜਾ ਦੇ ਸਕਦਾ। ਪਰ ਜਿਹੜਾ ਜਾਗਦਾ ਹੋਇਆ ਹੈ ਉਹ ਇਸ ਦੀ ਕੀਮਤ ਨੂੰ ਪਹਿਚਾਣਦਿਆਂ ਹੋਇਆਂ ਆਪਣਾ ਆਪ ਵੀ ਕੁਰਬਾਨ ਕਰਨ ਵਾਸਤੇ ਤਿਆਰ ਹੋ ਜਾਏਗਾ। ਜਾਗਦੇ ਹੋਏ ਦੀ ਨਿਸ਼ਾਨੀ ਹੈ ਕਿ ਉਸ ਨੂੰ ਕੀਮਤ ਦਾ ਪਤਾ ਚੱਲ ਜਾਏਗਾ ਕਿ ਇਹਦੀ ਅਸਲ ਦੇ ਵਿੱਚ ਕੀਮਤ ਕੀ ਹੈ। ਤੇ ਜਿਸ ਨੂੰ ਕੀਮਤ ਦਾ ਪਤਾ ਚੱਲ ਗਿਆ, ਫਿਰ ਉਹ ਇਸ ਜੀਵਨ ਨੂੰ, ਇਸ ਲਾਈਫ ਨੂੰ ਸਫਲ ਬਣਾਉਣ ਦੇ ਮਾਰਗ ਤੇ ਚੱਲੇਗਾ। ਤੇ ਜਿਹੜਾ ਸੁੱਤਾ ਹੀ ਰਹਿ ਗਿਆ ਉਹ
ਕਦੇ ਵੀ ਆਪਣੀ ਮੰਜ਼ਿਲ ਤੇ ਨਹੀਂ ਪਹੁੰਚ ਸਕਦਾ, ਨਹੀਂ ਪਹੁੰਚ ਸਕਦਾ। ਮੰਜ਼ਿਲ ਤੇ ਪਹੁੰਚਣ ਵਾਸਤੇ ਜਾਗਣਾ ਬਹੁਤ ਜ਼ਰੂਰੀ ਹੈ। ਤੇ ਭਗਤ ਰਵਿਦਾਸ ਜੀ ਕਹਿ ਰਹੇ ਨੇ, ਕਹਿੰਦੇ ਕਿਆ ਤੂੰ ਸੋਇਆ ਜਾਗ ਇਆਨਾ, ਤੈਂ ਜੀਵਨ ਜਗ ਸੱਚ ਕਰ ਜਾਣਾ। ਤੂੰ ਇਸ ਨੂੰ ਹੀ ਸੱਚ ਸਮਝ ਕੇ ਬੈਠ ਗਿਆ, ਇਸ ਸੰਸਾਰ ਨੂੰ ਹੀ ਪਰਮਾਨੈਂਟ ਸਮਝ ਕੇ ਬੈਠ ਗਿਆ। ਕਹਿੰਦੇ ਨਹੀਂ, ਜਗ੍ਹਾ ਤੇਰੀ ਕਿਤੇ ਹੋਰ ਹੈ, ਪਹੁੰਚਣਾ ਤੂੰ ਕਿਤੇ ਹੋਰ ਹੈ। ਪਰ ਦੁੱਖ ਦੀ ਗੱਲ ਇਹ ਹੈ ਕਿ ਤੈਨੂੰ ਉਸ ਦਾ ਖਿਆਲ ਹੀ ਕੋਈ ਨਹੀਂ ਹੈ। ਇਸੇ ਕਰਕੇ ਗੁਰੂ ਸਾਹਿਬ ਬਾਣੀ ਦੇ ਵਿੱਚ ਸਮਝਾਉਂਦੇ ਨੇ, ਬਚਨ ਬੜਾ ਪਿਆਰਾ ਗੁਰੂ ਸਾਹਿਬ ਜੀ ਦਾ। ਪਤਾ ਕੀ ਕਹਿੰਦੇ? ਕਹਿੰਦੇ ਇਹ ਸੰਸਾਰ ਜਦੋਂ ਪ੍ਰਮਾਤਮਾ ਨੇ ਬਣਾਇਆ, ਦੋਏ ਦੀਵੇ 14 ਹਟ ਨਾਲੇ, ਜੇਤੇ ਜੀ ਤੇਤੇ ਵਣਜਾਰੇ। ਦੋਏ ਦੀਵੇ ਦਾ ਮਤਲਬ ਹੈ ਜੀ ਦੋ ਲੈਂਪ, ਟੂ ਲੈਂਪਸ। ਕਿਹੜੇ? ਇੱਕ ਸੂਰਜ ਤੇ ਦੂਜਾ ਚੰਦਰਮਾ। ਦੋਏ ਦੀਵੇ 14 ਹਟ ਨਾਲੇ। ਇਸ ਪੂਰੀ ਧਰਤੀ ਨੂੰ 14 ਹਿੱਸਿਆਂ ਦੇ ਵਿੱਚ 14 ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਹੈ। ਇਹਨੂੰ 14 ਦੀਪ ਵੀ ਕਿਹਾ ਜਾਂਦਾ ਹੈ, 14 ਲੋਕ ਵੀ ਕਿਹਾ ਜਾਂਦਾ ਹੈ। 14 ਹਿੱਸਿਆਂ ਦੇ ਵਿੱਚ ਵੰਡਿਆ ਗਿਆ। ਕਹਿੰਦੇ ਜਦੋਂ ਪ੍ਰਮਾਤਮਾ ਨੇ ਇਸ ਸ੍ਰਿਸ਼ਟੀ ਨੂੰ ਸਾਜਿਆ, 14 ਲੋਕਾਂ ਵਾਲਾ ਸੰਸਾਰ ਕ੍ਰੀਏਟ ਕੀਤਾ, ਦੋ ਦੀਵੇ, ਇੱਕ ਸੂਰਜ ਤੇ ਇੱਕ ਚੰਦਰਮਾ, ਜਿਨ੍ਹਾਂ ਦਾ ਸੰਬੰਧ ਦਿਨ ਤੇ ਰਾਤ ਦੇ ਨਾਲ ਜੋੜ ਦਿੱਤਾ ਗਿਆ। ਸੂਰਜ ਦਿਨ ਸਮੇਂ, ਚੰਦਰਮਾ ਰਾਤ ਸਮੇਂ ਜੋੜ ਦਿੱਤਾ ਗਿਆ। ਤੇ ਕਹਿੰਦੇ ਇਸ ਤਰ੍ਹਾਂ ਪ੍ਰਮਾਤਮਾ ਨੇ ਬਣਾ ਕੇ ਜੇਤੇ ਜੀ ਪੈਦਾ ਕਰ ਦਿੱਤੇ। ਜੀ ਦਾ ਮਤਲਬ ਇੱਥੇ ਜੀਵ ਜੰਤੂ, ਇਨਸਾਨ ਕਹਿ ਲਈਏ, ਪਸ਼ੂ ਪੰਛੀ ਕਹਿ ਲਈਏ, ਜਾਨਵਰ ਕਹਿ ਲਈਏ, ਸਭ ਕੁਝ। ਜੇਤੇ ਜੀ ਤੇਤੇ ਵਣਜਾਰੇ। ਵਣਜਾਰੇ ਦਾ ਮਤਲਬ ਇੱਥੇ ਵਪਾਰੀ, ਟ੍ਰੇਡਰ। ਜਿਹੜਾ ਸੰਸਾਰ ਪ੍ਰਮਾਤਮਾ ਨੇ ਬਣਾਇਆ, ਜਿਹਦੇ ਵਿੱਚ ਦੋ ਦੀਵੇ ਲਗਾ ਦਿੱਤੇ, ਜਿਹਦਾ ਸੰਬੰਧ ਦਿਨ ਤੇ ਰਾਤ ਦੇ ਨਾਲ ਜੋੜ ਦਿੱਤਾ, ਐਸੇ ਸੰਸਾਰ ਦੇ ਵਿੱਚ ਪ੍ਰਮਾਤਮਾ ਨੇ ਜੀਵ ਪੈਦਾ ਕੀਤੇ ਇੱਕ ਵਪਾਰੀ ਦੀ ਤਰ੍ਹਾਂ, ਤੇਤੇ ਵਣਜਾਰੇ, ਇੱਕ ਵਪਾਰੀ ਦੀ ਤਰ੍ਹਾਂ। ਇਹਦਾ ਮਤਲਬ ਕਿ ਅਸੀਂ ਸਾਰੇ ਵਪਾਰੀ ਹਾਂ, ਵਪਾਰ ਕਰਨ ਵਾਸਤੇ ਆਏ ਇਸ ਦੁਨੀਆ ਦੇ ਵਿੱਚ। ਜੇਤੇ ਜੀ ਤੇਤੇ ਵਣਜਾਰੇ, ਖੁੱਲੇ ਹੱਟ। ਹੱਟ ਦਾ ਮਤਲਬ ਜੀ ਸ਼ਾਪ, ਖੁੱਲੇ ਹੱਟ। ਹੁਣ ਦੇਖੋ, ਜਦੋਂ ਸਵੇਰ ਹੁੰਦੀ ਹੈ, ਕੋਈ ਟਾਈਮ ਹੈ ਨਾ ਜੀ, 9 ਵਜੇ ਤਕਰੀਬਨ, ਆਲਮੋਸਟ 9 ਵਜੇ ਜਿਹੜੇ ਸ਼ਾਪਕੀਪਰਸ ਨੇ ਉਹ ਆਪਣੀਆਂ ਸ਼ਾਪਸ ਜਾ ਕੇ ਓਪਨ ਕਰਦੇ ਨੇ। ਖੁੱਲੇ ਹੱਟ, ਜਦੋਂ ਦੁਕਾਨ ਖੁੱਲਦੀ ਹੈ, ਜਦੋਂ ਬਾਜ਼ਾਰ ਖੁੱਲਦਾ ਹੈ, ਖੁੱਲੇ ਹੱਟ ਹੋਵਾ ਵਪਾਰ, ਫਿਰ ਬਿਜ਼ਨਸ ਹੋਣਾ ਸਟਾਰਟ ਹੋ ਜਾਂਦਾ ਹੈ। ਕੁਝ ਖਰੀਦਿਆ ਜਾਂਦਾ ਹੈ, ਕੁਝ ਵੇਚਿਆ ਜਾਂਦਾ ਹੈ। ਤੇ ਤੁਹਾਨੂੰ ਪਤਾ ਹੈ, ਤੁਸੀਂ ਸਿਆਣੇ ਸਾਰੇ ਬੈਠੇ ਹੋ, ਕਈ ਵਾਰ ਸੇਲ ਵੀ ਲੱਗੀ ਹੁੰਦੀ ਹੈ। ਤੇ ਜਿਹੜੀ ਸੇਲ ਹੁੰਦੀ ਹੈ ਨਾ, ਉੱਥੇ ਭੀੜ ਜ਼ਿਆਦਾ ਹੁੰਦੀ ਹੈ, ਕਿਉਂਕਿ ਉੱਥੇ ਇਹ ਵਿਸ਼ਵਾਸ ਦਿਵਾਇਆ ਜਾਂਦਾ ਹੈ ਕਿ ਇਹ ਜਿਹੜੀ ਚੀਜ਼ ਮਾਰਕੀਟ ਦੇ ਵਿੱਚ ਤੁਹਾਨੂੰ ਇਸ ਪ੍ਰਾਈਸ ਤੇ ਮਿਲੇਗੀ, ਪਰ ਸਾਡੇ ਕੋਲ ਇਸ ਸੇਲ ਦੇ ਵਿੱਚ ਤੁਹਾਨੂੰ ਥੋੜੀ ਚੀਪ ਮਿਲੇਗੀ। ਵਪਾਰ ਸ਼ੁਰੂ ਹੋ ਜਾਂਦਾ ਹੈ ਜਦੋਂ ਦੁਕਾਨਾਂ ਖੁੱਲਦੀਆਂ ਨੇ। ਖੁੱਲੇ ਹੱਟ ਹੋਵਾ ਵਪਾਰ, ਜੋ ਪਹੁੰਚੈ ਸੋ ਚੱਲਣਹਾਰ। ਸਤਿਗੁਰੂ ਜੀ ਕਹਿੰਦੇ ਜਿਹੜਾ ਵੀ ਇਸ ਸੰਸਾਰ ਉੱਤੇ ਆਏਗਾ ਵਪਾਰ ਕਰਨ ਵਾਸਤੇ, ਉਹ ਇੱਕ ਨਾ ਇੱਕ ਦਿਨ ਜ਼ਰੂਰ ਇੱਥੋਂ ਜਾਏਗਾ, ਸਦਾ ਨਹੀਂ ਰਹਿ ਸਕਦਾ। ਬਿਜ਼ਨਸਮੈਨ ਜਦੋਂ ਕਿਸੇ ਦੂਜੇ ਦੇਸ਼ ਦੇ ਵਿੱਚ ਜਾ ਕੇ ਬਿਜ਼ਨਸ ਕਰਦਾ ਹੈ ਨਾ, ਤੇ ਉਹ ਉਸ ਦੇਸ਼ ਦੇ ਵਿੱਚ ਉਸ ਟਾਈਮ ਤੱਕ ਰਹਿੰਦਾ ਹੈ ਜਦੋਂ ਤੱਕ ਉਹਦਾ ਕੰਮ ਹੈ। ਉਹ ਦੇਸ਼, ਉਹ ਇਲਾਕਾ ਉਹਦੇ ਵਾਸਤੇ ਪਰਮਾਨੈਂਟ ਨਹੀਂ ਹੈ। ਉਹਨੂੰ ਪਤਾ ਹੈ ਕਿ ਇੱਕ ਨਾ ਇੱਕ ਦਿਨ ਇੱਥੋਂ ਮੈਂ ਵਾਪਸ ਚਲੇ ਜਾਣਾ ਹੈ। ਇਹ ਮੇਰੀ ਅਸਲੀ ਜਗ੍ਹਾ ਨਹੀਂ ਹੈ, ਅਸਲੀ ਟਿਕਾਣਾ ਨਹੀਂ ਹੈ। ਮੇਰੀ ਜਗ੍ਹਾ, ਮੇਰਾ ਪਰਮਾਨੈਂਟ ਜਿਹੜਾ ਰੈਜ਼ੀਡੈਂਟ ਜਿਹੜੀ ਹੈ, ਉਹ ਕਿਤੇ ਹੋਰ ਹੈ। ਸਤਿਗੁਰੂ ਜੀ ਇਹੀ ਸਾਨੂੰ ਯਾਦ ਦਿਵਾਉਂਦੇ ਪਏ ਨੇ। ਕਹਿੰਦੇ ਇਨਸਾਨ ਨੇ ਇਸ ਸੰਸਾਰ ਨੂੰ ਹੀ ਪਰਮਾਨੈਂਟ ਸਮਝ ਲਿਆ, ਇਸ ਜਗਤ ਨੂੰ ਹੀ ਸਦੀਵੀ ਸਮਝ ਕੇ ਬੈਠ ਗਿਆ। ਇਸ ਇਨਸਾਨ ਨੇ ਨੀਂਦ ਵਿੱਚ ਹੈ ਨਾ, ਤੇ ਇਹ ਸੋਚਦਾ ਪਿਆ ਕਿ ਸ਼ਾਇਦ ਮੈਂ ਇਸ ਸੰਸਾਰ ਨੂੰ ਛੱਡ ਕੇ ਜਾਣਾ ਹੀ ਕਿਤੇ ਨਹੀਂ, ਮੈਂ ਸਦਾ ਹੀ ਇੱਥੇ ਰਵਾਂਗਾ। ਪਰ ਸਤਿਗੁਰੂ ਜੀ ਕਹਿੰਦੇ ਨਹੀਂ, ਜਾਣਾ ਪਏਗਾ। ਸਾਧ ਸੰਗਤ ਸ਼ਾਇਦ ਤੁਹਾਡੇ ਵਿੱਚੋਂ ਬਹੁਤਿਆਂ ਨੇ ਮਾਈਕਲ ਜੈਕਸਨ ਦਾ ਨਾਮ ਜ਼ਰੂਰ ਸੁਣਿਆ ਹੋਵੇਗਾ। ਜਿਹੜੇ ਯੰਗਸਟਰਸ ਨੇ ਉਹ ਤਾਂ ਚੰਗੀ ਤਰ੍ਹਾਂ ਜਾਣਦੇ ਹੋਣਗੇ ਮਾਈਕਲ ਜੈਕਸਨ ਨੂੰ। ਕਹਿੰਦੇ ਮਾਈਕਲ ਜੈਕਸਨ ਜਿਹੜਾ ਹੈ ਨਾ, ਉਹ 150 ਸਾਲ ਜੀਉਣਾ ਚਾਹੁੰਦਾ ਸੀ। He want to live 150 years in this world. 150 ਸਾਲ ਜੀਉਣਾ ਚਾਹੁੰਦਾ ਸੀ, ਪਰ ਜਿਉ ਨਹੀਂ ਸਕਿਆ। ਉਹਨੇ ਇਸ ਕੰਮ ਦੇ ਲਈ ਕਿ ਮੈਂ 150 ਸਾਲ ਤੱਕ ਜਿਉਂਦਾ ਰਵਾਂ, ਕਹਿੰਦੇ ਉਹਦੇ ਘਰ ਦੇ ਵਿੱਚ ਡਜ਼ਨਸ ਆਫ ਡਾਕਟਰ,
ਤਕਰੀਬਨ ਕਈਆਂ ਨੇ 30-32 ਡਾਕਟਰਾਂ ਦਾ 30 to 32 ਡਾਕਟਰਸ ਦਾ ਜ਼ਿਕਰ ਕੀਤਾ ਹੈ ਕਿ ਉਹਦੇ ਘਰ ਦੇ ਵਿੱਚ 24 ਘੰਟੇ ਰਹਿੰਦੇ ਸੀ। ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੇ ਵਾਲ ਤੱਕ ਰੋਜ਼ਾਨਾ ਉਹਦਾ ਚੈੱਕਅਪ ਹੁੰਦਾ ਸੀ। ਜਿਹੜਾ ਖਾਣਾ ਉਸਨੇ ਖਾਣਾ ਹੈ ਉਹ ਤਿਆਰ ਕਰਨ ਤੋਂ ਪਹਿਲਾਂ ਲੈਬੋਰੇਟਰੀ ਦੇ ਵਿੱਚੋਂ ਚੈੱਕ ਹੋ ਕੇ ਆਉਂਦਾ ਸੀ। ਬਣ ਗਿਆ, ਬਣਨ ਤੋਂ ਬਾਅਦ ਕੋਈ ਦੂਜਾ ਟੇਸਟ ਕਰਦਾ ਸੀ ਤੇ ਫਿਰ ਮਾਈਕਲ ਜੈਕਸਨ ਨੂੰ ਖਵਾਇਆ ਜਾਂਦਾ ਸੀ। ਮਤਲਬ ਹਰ ਇੱਕ ਤਰ੍ਹਾਂ ਦੇ ਨਾਲ ਉਸਨੇ ਸੋਚਿਆ ਕਿ ਇਹ ਸਭ ਕੁਝ ਕਰਕੇ ਮੈਂ ਤਕਰੀਬਨ 150 ਸਾਲ ਤੱਕ ਜਿਉਂਦਾ ਰਹਾਂਗਾ। ਪਰ ਹੋਇਆ ਕੀ, ਮਸਾਂ 50 ਕੁ ਸਾਲ ਟੱਪ ਸਕਿਆ, ਨਹੀਂ ਰਹਿ ਸਕਿਆ। ਜਿਹੜੀ ਇੱਛਾ ਸੀ ਮਨ ਦੇ ਵਿੱਚ ਨਾ 150 ਸਾਲ। ਸਾਧ ਸੰਗਤ ਖਿਆਲ ਕਰਿਓ, ਅਸੀਂ ਸ਼ਾਇਦ ਨੀਂਦ ਵਿੱਚ ਸੋਚਦੇ ਹਾਂ ਕਿ ਇਸ ਦੁਨੀਆ 'ਚ ਸਦਾ ਰਹਿਣਾ ਹੈ, ਪਰ ਯਾਦ ਰਹੇ ਜਿਹੜਾ ਕਹਿੰਦਾ ਸੀ 150 ਸਾਲ ਜਿਉਣਾ ਹੈ ਉਹ 50 ਸਾਲ ਮੁਸ਼ਕਲ ਦੇ ਨਾਲ ਟੱਪ ਸਕਿਆ। ਸਤਿਗੁਰੂ ਜੀ ਕਹਿੰਦੇ ਭਲਿਆ ਦੁਨੀਆ ਦੇ ਵਿੱਚ ਤੂੰ ਸਦਾ ਰਹਿ ਨਹੀਂ ਸਕਦਾ, ਇੱਕੋ ਪਰਮਾਨੈਂਟ ਹੈ, ਕੌਣ? ਪ੍ਰਮਾਤਮਾ। ਉਸ ਤੋਂ ਇਲਾਵਾ ਹੋਰ ਕੋਈ ਨਹੀਂ ਜੇ ਹੈਗਾ। ਜਿਹੜਾ ਵੀ ਇਸ ਦੁਨੀਆ ਜੋ ਪਹੁੰਚੈ ਸੋ ਚੱਲਣ ਹਾਰ, ਜਿਹੜਾ ਵੀ ਆਏਗਾ ਉਹ ਜਾਏਗਾ ਜ਼ਰੂਰ। ਆਏ ਵਪਾਰੀ ਦੀ ਤਰ੍ਹਾਂ ਸੌਂ ਗਏ। ਤੇ ਜਦੋਂ ਜਾਗਾਂਗੇ ਫਿਰ ਸਾਨੂੰ ਸਮਝ ਪੈਣੀ ਹੈ ਕਿ ਮੈਂ ਆਪਣਾ ਕੀਮਤੀ ਸਮਾਂ ਜਿਹੜਾ ਹੈ ਨਾ ਉਹ ਵੇਸਟ ਗਵਾ ਦਿੱਤਾ, ਅਜਾਈਂ ਗਵਾ ਦਿੱਤਾ। ਤੇ ਇਹ ਜਾਗ ਖੁੱਲੇਗੀ ਕਿਵੇਂ? ਕੌਣ ਜਗਾਏਗਾ? ਜਿਹੜੇ ਵੀ ਜਗਾਉਣ ਵਾਸਤੇ ਆਏ ਉਹਨਾਂ ਨੂੰ ਕਿਸੇ ਨੇ ਸਲੀਬ ਤੇ ਚੜਾ ਦਿੱਤਾ, ਕਿਸੇ ਦੇ ਨਾਲ ਕੁਝ ਕੀਤਾ ਗਿਆ, ਕਿਸੇ ਦੇ ਨਾਲ ਕੁਝ ਕੀਤਾ ਗਿਆ। ਗੁਰੂ ਨਾਨਕ ਸਾਹਿਬ ਨੂੰ ਭੂਤਨਾ ਬੇਤਾਲਾ ਕਿਹਾ ਗਿਆ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ 14 ਜੰਗਾਂ ਲੜਨੀਆਂ ਪਈਆਂ। ਜਾਗੇ ਹੋਏ ਜਗਾਉਣ ਵਾਸਤੇ ਆਏ ਸੀ ਤੇ ਜਗਾਏਗਾ ਕੇਵਲ ਗੁਰੂ। ਗੁਰੂ ਦੀ ਕਿਰਪਾ ਦੇ ਨਾਲ ਹੀ ਇਹ ਸਾਡੀ ਨੀਂਦ ਟੁੱਟਣੀ ਹੈ। ਗੁਰ ਕਿਰਪਾ ਤੇ ਸੇ ਜਨ ਜਾਗੇ, ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਸਤਿਗੁਰੂ ਜੀ ਕਹਿੰਦੇ ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਗਿਆ, ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਗੁਰੂ ਕਿਰਪਾ ਕਰਕੇ ਸਾਡੇ ਅੰਦਰ ਨੂੰ ਪ੍ਰਮਾਤਮਾ ਦੇ ਨਾਲ ਜੋੜੇਗਾ। ਜਦੋਂ ਪ੍ਰਮਾਤਮਾ ਦੇ ਨਾਲ ਸਾਡਾ ਕਨੈਕਸ਼ਨ ਜੁੜਿਆ, ਇਹ ਨੀਂਦ ਜਿਹੜੀ ਹੈ ਨਾ ਉਹ ਖੁੱਲ ਜਾਏਗੀ। ਤੇ ਜਦੋਂ ਨੀਂਦ ਖੁੱਲ ਗਈ ਫਿਰ ਇਹ ਦੁਨੀਆ ਦੀ ਅਸਲੀਅਤ ਸਾਡੇ ਸਾਹਮਣੇ ਆਏਗੀ। ਕੀ? ਕਿ ਜੈਸੇ ਜਲ ਤੇ ਬੁੱਧ ਬੁਦਾ ਉਪਜੈ ਬਿਨ ਸੈ, ਨੀਤ ਜਗ ਰਚਨਾ ਤੈਸੇ ਰਚੀ, ਕਹੋ ਨਾਨਕ ਸੁਨ ਮੀਤ। ਕਹਿੰਦੇ ਹੇ ਮੇਰੇ ਮਿੱਤਰਾ, ਗੁਰੂ ਤੇਗ ਬਹਾਦਰ ਮਹਾਰਾਜ, ਮੇਰੇ ਮਿੱਤਰ ਸੁਣ, ਇਹ ਸੰਸਾਰ ਸਦਾ ਨਹੀਂ ਰਹਿਣਾ, ਇਹ ਬਿਨਸ ਜਾਏਗਾ, ਇੱਕ ਦਿਨ ਖਤਮ ਹੋ ਜਾਏਗਾ। ਨਾ ਸੂਰ ਸਸ ਮੰਡਲੋ, ਨਾ ਸਪਤ ਦੀਪ ਨਹ ਜਲੋ, ਅੰਨ ਪਾਉਣ ਥਿਰ ਨਾ ਕੋਈ, ਏਕ ਤੂੰ ਏਕ ਤੂੰ। ਆ ਜਿਹੜਾ ਸੂਰਜ ਨਜ਼ਰ ਆ ਰਿਹਾ ਹੈ, ਸਤਿਗੁਰੂ ਜੀ ਕਹਿੰਦੀ ਇਹ ਵੀ ਖਤਮ ਹੋਏਗਾ। ਚੰਦਰਮਾ ਵੀ ਇੱਕ ਦਿਨ ਖਤਮ ਹੋ ਜਾਏਗਾ, ਇਹ ਆਕਾਸ਼ ਵੀ ਇੱਕ ਦਿਨ ਖਤਮ ਹੋ ਜਾਏਗਾ। ਅੰਨ ਜੋ ਖੁਰਾਕ ਅਸੀਂ ਖਾਂਦੇ ਪਏ ਹਾਂ ਉਹ ਖੁਰਾਕ ਵੀ ਇੱਕ ਦਿਨ ਮੁੱਕ ਜਾਏਗੀ, ਇੱਕ ਪ੍ਰਮਾਤਮਾ ਨਹੀਂ ਮੁੱਕਣਾ। ਇਹ ਸੰਸਾਰ ਦੀ ਅਸਲੀਅਤ ਹੈ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਸੁਣ ਮੇਰੇ ਮਿੱਤਰ, ਇਹ ਜਗਤ ਦੀ ਅਸਲੀਅਤ ਸਿਰਫ ਇੰਨੀ ਕੁ ਹੈ। ਜਿਸ ਤਰ੍ਹਾਂ ਕਹਿੰਦੇ ਬੱਦਲ ਦਾ ਪਰਛਾਵਾਂ ਸਦਾ ਨਹੀਂ ਨਾ ਟਿਕਦਾ, ਸ਼ੈਡੋ ਆਫ ਕਲਾਊਡ, ਬੱਦਲ ਦਾ ਪਰਛਾਵਾਂ ਸਦਾ ਟਿਕਦਾ ਨਹੀਂ, ਹਵਾ ਦੇ ਨਾਲ ਉਹ ਤੁਰ ਜਾਂਦਾ ਹੈ ਅੱਗੇ ਨੂੰ। ਉਸੇ ਤਰ੍ਹਾਂ ਇਹ ਸੰਸਾਰ ਹੈ, ਇਹ ਟਿਕਣ ਵਾਲਾ ਨਹੀਂ, ਇਹਨੇ ਇੱਕ ਨਾ ਇੱਕ ਦਿਨ ਜ਼ਰੂਰ ਖਤਮ ਹੋ ਜਾਣਾ ਹੈ। ਸਤਿਗੁਰੂ ਜੀ ਕਹਿੰਦੇ ਬੜਾ ਚੰਗਾ ਹੋਵੇ ਜੇਕਰ ਤੂੰ ਗੁਰੂ ਦੀ ਸ਼ਰਨ ਵਿੱਚ ਆਣ ਕੇ ਇਸ ਗੱਲ ਨੂੰ ਸਮਝ ਸਕੇ ਕਿ ਇਹ ਜੀਵਨ ਬੜਾ ਕੀਮਤੀ ਪ੍ਰਮਾਤਮਾ ਨੇ ਦਿੱਤਾ, ਕਿਤੇ ਇਹ ਸੁੱਤਿਆਂ ਹੀ ਬਤੀਤ ਨਾ ਹੋ ਜਾਏ, ਸੁੱਤਿਆਂ ਹੀ ਲੰਘ ਨਾ ਜਾਏ। ਤੇ ਜੇਕਰ ਸੁੱਤਿਆਂ ਹੀ ਲੰਘ ਗਿਆ ਤੇ ਫਿਰ ਸਾਡੀ ਹਾਲਤ ਉਹਨਾਂ ਪਾਗਲਾਂ ਦੀ ਵਰਗੀ ਹੈ ਜਿਹੜੇ ਸਮਝ ਹੀ ਨਹੀਂ ਸਕੇ ਕਿ ਅਸਲ ਦੇ ਵਿੱਚ ਰਾਜਾ ਜਾਗਦਾ ਹੈ, ਰਾਜਾ ਠੀਕ ਹੈ, ਅਸੀਂ ਪਾਗਲ ਹਾਂ। ਕਿਤੇ ਐਸੀ ਨੀਂਦ ਦੇ ਵਿੱਚੋਂ, ਐਸੇ ਪਾਗਲਪੁਣੇ ਦੇ ਵਿੱਚੋਂ ਨਿਕਲੀਏ ਤਾਂ ਕਿ ਆਪਣੇ ਜੀਵਨ ਦੀ ਮੰਜ਼ਿਲ ਤੱਕ ਅਸੀਂ ਪਹੁੰਚ ਸਕੀਏ। ਤੇ ਉਹਦੇ ਵਿੱਚੋਂ ਕੱਢੇਗਾ ਗੁਰੂ। ਗੁਰੂ ਦੀ ਸ਼ਰਨ ਵਿੱਚ ਆਣ ਕੇ ਅਰਜ਼ੋਈ ਕਰੀਏ, ਮੇਰੇ ਮਾਲਕ ਆਪ ਹੀ ਰਹਿਮਤ ਕਰਕੇ ਆਪਣੇ ਨਾਲ ਜੋੜ ਕੇ ਸਾਡੇ ਜੀਵਨ ਨੂੰ ਤੁਸੀਂ ਸਫਲ ਬਣਾ ਸਕਦੇ ਹੋ। ਗੁਰੂ ਕਿਰਪਾ ਕਰੇ ਜੀ, ਬਖਸ਼ਿਸ਼ ਕੀਤਾ ਹੋਇਆ ਪਾਵਨ ਬਚਨ ਕਿਤੇ ਸਾਡੇ ਹਿਰਦੇ ਦੇ ਵਿੱਚ ਵਸ ਜਾਏ, ਇਹ ਭੁਲੇਖਾ ਸਾਡੇ ਅੰਦਰੋਂ ਖਤਮ ਹੋ ਜਾਵੇ ਕਿ ਸਦਾ ਰਹਿਣਾ ਹੈ, ਚਲੇ ਤਾਂ ਸਾਰਿਆਂ ਨੇ ਜਾਣਾ ਹੈ। ਤੇ ਵਾਧੂ ਖਲਾਰਾ ਖਿਲਾਰਨ ਤੋਂ ਚੰਗਾ ਹੈ ਕਿ ਉਸ ਰੱਬ ਦੀ ਯਾਦ ਵਿੱਚ ਜੁੜ ਕੇ ਮਾਇਆ ਗੁਜ਼ਰਾਨ ਤੱਕ ਸੀਮਤ ਰਹਿ ਕੇ
ਆਪਣੇ ਜੀਵਨ ਨੂੰ ਸਫਲ ਬਣਾ ਸਕੀਏ ਜੀ। ਹੋਈਆਂ ਭੁੱਲਾਂ ਦੀ ਖਿਮਾ ਗੁਰੂ ਅਤੇ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।